Good morning, students. So I'm Simranjit Singh, your accounts teacher. So ਅੱਜ ਦੇ ਟੌਪਿਕ ਦੇ ਵਿੱਚ ਆਪਾਂ ਸਟੱਡੀ ਕਰਨਾ ਵਾ ਫੋਰ ਫੀਚਰ ਆਫ ਸ਼ੇਅਰਸ। ਈਵਨ ਕਿ ਮੈਂ ਤੁਹਾਨੂੰ ਲਾਸਟ ਲੈਕਚਰ ਦੇ ਵਿੱਚ ਵੀ ਇਸ ਟੌਪਿਕ ਬਾਰੇ ਥੋੜਾ ਜਿਹਾ ਸਟੱਡੀ ਕੀਤਾ ਸੀ, ਆਪਾਂ ਇਸ ਬਾਰੇ ਡਿਸਕਸ ਕੀਤਾ ਸੀ। ਬਟ ਬਿਫੋਰ ਸਟਾਰਟਿੰਗ ਦ ਨੈਕਸਟ ਟੌਪਿਕ I'm going to discuss about the meaning of four feature of shares. So four feature of shares ਦਾ ਮਤਲਬ ਕੀ ਆ? ਸੋ ਆਪਾਂ ਇਹ ਚੀਜ਼ ਅੰਡਰਸਟੈਂਡ ਕਰ ਚੁੱਕੇ ਹਾਂ ਕਿ ਕੰਪਨੀ ਜਦ ਸ਼ੇਅਰ ਇਸ਼ੂ ਕਰਦੀ ਆ ਤਾਂ ਸ਼ੇਅਰ ਦੀ ਜਿਹੜੀ ਮਨੀ ਆ ਉਹ ਡਿਫਰੈਂਟ ਇੰਸਟਾਲਮੈਂਟ ਦੇ ਵਿੱਚ ਕਾਲ ਕਰਦੀ ਆ। ਲਾਈਕ ਕੁਝ ਪੈਸਾ ਹੋ ਐਪਲੀਕੇਸ਼ਨ ਦੇ ਫਾਰਮ ਦੇ ਵਿੱਚ, ਦੈਨ ਅਲਾਟਮੈਂਟ, ਦੈਨ ਫਸਟ ਕਾਲ, ਸੈਕੰਡ ਕਾਲ, ਇਹਨਾਂ ਫਾਰਮ ਦੇ ਵਿੱਚ ਉਹ ਜਿਹੜੀ ਮਨੀ ਆ ਉਹਨੂੰ ਕਾਲ ਕਰਦੀ ਆ। ਤੇ ਐਕਚੁਅਲ ਦੇ ਵਿੱਚ ਜਦ ਕੋਈ ਇਨਵੈਸਟਰ ਡਿਫਰੈਂਟ ਇੰਸਟਾਲਮੈਂਟ ਨੂੰ ਪੇ ਕਰਨ ਦੇ ਵਿੱਚ ਫੇਲ ਹੋ ਜਾਂਦਾ ਵਾ, ਫॉर एग्जांपल ਕਿ ਕੋਈ ਇਨਵੈਸਟਰ ਸੀਗਾ, ਉਹਨੇ ਅਲਾਟਮੈਂਟ ਮਨੀ ਪੇ ਕਰਤੀ ਬਟ ਫਸਟ ਕਾਲ ਨਹੀਂ ਪੇ ਕੀਤੀ, ਜਾਂ ਅਲਾਟਮੈਂਟ ਮਨੀ ਹੀ ਨਹੀਂ ਪੇ ਕੀਤੀ, ਜਸਟ ਐਪਲੀਕੇਸ਼ਨ ਮਨੀ ਪੇ ਕੀਤੀ ਆ, ਤਾਂ ਕੰਪਨੀ ਹੈਵ ਅ ਰਾਈਟ, ਕੰਪਨੀ ਕੋਲ ਇੱਕ ਆਪਸ਼ਨ ਆ ਕਿ ਕੰਪਨੀ ਦਾ ਡਾਇਰੈਕਟਰ ਉਸ ਇਨਵੈਸਟਰ ਦੇ ਜਿਹੜੇ ਸ਼ੇਅਰਸ ਨੇ ਉਹਨਾਂ ਨੂੰ ਪੋਜੈਸ਼ਨ 'ਚ ਲੈ ਲੈਂਦਾ। ਬਿਕਾਜ਼ ਕਿ ਉਹ ਇਨਵੈਸਟਰ ਨੇ ਕੰਪਨੀ ਦੇ ਕਾਲਸ ਨੂੰ ਪੇ ਨਹੀਂ ਕੀਤਾ। ਜਦ ਕੰਪਨੀ ਨੇ ਪੈਸੇ ਦੀ ਕਾਲ ਕੀਤੀ ਤਾਂ ਇਨਵੈਸਟਰ ਨੇ ਉਹਨਾਂ ਨੂੰ ਪੇ ਨਹੀਂ ਕੀਤਾ, ਦੈਨ ਡਾਇਰੈਕਟਰ ਕੋਲ ਰਾਈਟ ਹੈ ਕਿ ਡਾਇਰੈਕਟਰ ਉਹਨਾਂ ਸ਼ੇਅਰਸ ਤੇ ਆਪਣਾ ਪੋਜੈਸ਼ਨ ਲੈ ਲੈਂਦਾ, ਉਹਨਾਂ ਸ਼ੇਅਰਸ ਨੂੰ ਆਪਣੇ ਲਾਈਕ ਕਹ ਲਓ ਕਿ ਪੋਜੈਸ਼ਨ 'ਚ ਲੈ ਲੈਂਦਾ, ਜਿਵੇਂ ਆਪਾਂ ਸਿੰਪਲ ਪੰਜਾਬੀ 'ਚ ਕਹਿੰਦੇ ਹਾਂ ਕਿ ਉਹਨੂੰ ਆਪਣੇ ਕਬਜ਼ੇ 'ਚ ਲੈ ਲੈਂਦਾ। ਤੇ ਪੋਜੈਸ਼ਨ 'ਚ ਲੈਣ ਦਾ ਮਤਲਬ ਕੀ ਹੈ ਕਿ ਇਨਵੈਸਟਰ ਨੇ ਜੋ ਆਲਰੇਡੀ ਮਨੀ ਪੇ ਕੀਤੀ ਹੋਊਗੀ ਉਹ ਕੰਪਨੀ ਵਾਪਸ ਉੱਤੇ ਆਪਣਾ ਕਬਜ਼ਾ ਕਰ ਲੂਗੀ। ਠੀਕ ਆ, ਫॉर एग्जांपल ਕਿ ਇੱਕ ਇਨਵੈਸਟਰ ਆ, ਉਹਨੇ 100 ਸ਼ੇਅਰਸ ਕੰਪਨੀ ਦੇ ਪਰਚੇਜ਼ ਕੀਤੇ ਹੋਏ ਸੀ। ਜਦ ਕੰਪਨੀ ਨੇ ਐਪਲੀਕੇਸ਼ਨ ਮਨੀ ਦੀ ਕਾਲ ਕੀਤੀ, ਉਹਨੇ ਐਪਲੀਕੇਸ਼ਨ ਮਨੀ ਪੇ ਕਰੀ, ਅਲਾਟਮੈਂਟ ਮਨੀ ਦੀ ਕਾਲ ਕੀਤੀ, ਇਨਵੈਸਟਰ ਨੇ ਅਲਾਟਮੈਂਟ ਮਨੀ ਪੇ ਕਰਤੀ। ਬਟ ਜਿਹੜਾ ਇਨਵੈਸਟਰ ਸੀਗਾ ਉਹ ਜਿਹੜੀ ਨੈਕਸਟ ਕਾਲ ਸੀ, ਫਸਟ ਔਰ ਸੈਕੰਡ ਕਾਲ, ਉਹਨਾਂ ਨੂੰ ਪੇ ਕਰਨ ਦੇ ਵਿੱਚ ਫੇਲ ਹੋ ਗਿਆ। ਦੈਨ ਡਾਇਰੈਕਟਰ ਨੇ ਕੀ ਕੀਤਾ ਕਿ ਜਿਹੜਾ ਇਨਵੈਸਟਰ ਨੇ ਆਲਰੇਡੀ ਪੈਸਾ ਡਿਪੋਜ਼ਿਟ ਕਰਵਾਇਆ ਹੋਇਆ ਸੀ ਐਪਲੀਕੇਸ਼ਨ ਮਨੀ ਦੀ ਫਾਰਮ ਦੇ ਵਿੱਚ ਐਂਡ ਅਲਾਟਮੈਂਟ ਮਨੀ ਦੀ ਫਾਰਮ ਦੇ ਵਿੱਚ, ਉਸ ਡਾਇਰੈਕਟਰ ਨੇ ਉਸ ਇਨਵੈਸਟਰ ਦੇ ਉਹਨਾਂ ਪੈਸੇ ਨੂੰ ਪੋਜੈਸ਼ਨ 'ਚ ਲੈ ਲਿਆ, ਮੀਨਸ ਉੱਤੇ ਕਬਜ਼ਾ ਕਰ ਲਿਆ। ਸੋ ਇਹਨਾਂ ਨੂੰ ਆਪਾਂ ਕਹਿੰਦੇ ਆ ਫੋਰ ਫੀਚਰ ਆਫ ਸ਼ੇਅਰਸ, ਜਿਹੜਾ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਓਕੇ, ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਫੋਰ ਫੀਚਰ ਦੀਆਂ ਕਿਹੜੀਆਂ ਟਾਈਪਸ ਨੇ। ਠੀਕ ਆ, ਹੁਣ ਫੋਰ ਫੀਚਰ ਆਫ ਸ਼ੇਅਰਸ ਆਪਾਂ ਕਿਸ ਫਾਰਮ 'ਚ ਕਰ ਸਕਦੇ ਹਾਂ। ਸੋ ਇਹ 3 different types ਨੇ। four feature of shares issued at par, four feature of shares issued at a premium, and four feature of shares issued at a discount। ਕਿ ਜਦੋਂ shares par ਤੇ issue ਹੋਏ ਹੋਣਗੇ ਉਦੋਂ four feature ਦੇ share ਦੀ ਕੀ ਐਂਟਰੀ ਸਪੈਂਡਿੰਗ ਹੈ। ਜਦ shares premium ਤੇ issue ਹੋਏ ਹੋਣਗੇ, ਇਨੀਸ਼ੀਅਲੀ ਜਦ ਕੰਪਨੀ ਨੇ ਸ਼ੇਅਰ ਇਸ਼ੂ ਕੀਤੇ ਆ ਉਹ ਪ੍ਰੀਮੀਅਮ ਤੇ ਇਸ਼ੂ ਹੋਏ ਸੀ, ਦੈਨ ਉਹਨਾਂ ਸ਼ੇਅਰਸ ਨੂੰ ਅਗਰ ਕੰਪਨੀ ਫੋਰ ਫੀਚਰ ਕਰਦੀ ਆ, ਉਹਨਾਂ ਤੇ ਆਪਣਾ ਪੋਜੈਸ਼ਨ ਲੈਂਦੀ ਹੈ, ਦੈਨ ਉਸ ਕੇਸ 'ਚ ਕੀ ਜਨਰਲ ਐਂਟਰੀਜ਼ ਆਉਣਗੀਆਂ। ਐਂਡ ਲਾਸਟ ਬਟ ਨਾਟ ਲੀਸਟ ਕਿ ਜਦ ਕੰਪਨੀ ਸ਼ੇਅਰਸ ਨੂੰ ਡਿਸਕਾਊਂਟ ਤੇ ਇਸ਼ੂ ਕਰਦੀ ਆ, ਦੈਨ ਉਸ ਕੇਸ ਦੇ ਵਿੱਚ ਅਗਰ ਉਹਨਾਂ ਡਿਸਕਾਊਂਟਡ ਕੀਤੇ ਹੋਏ ਸ਼ੇਅਰਸ ਨੂੰ ਦੁਬਾਰਾ ਫੋਰ ਫੀਚ ਕਰਦੀ ਆ, ਉਹਨਾਂ ਨੂੰ ਪੋਜੈਸ਼ਨ ਲੈਂਦੀ ਹੈ, ਦੈਨ ਉਸ ਕੇਸ 'ਚ ਕੀ ਜਨਰਲ ਐਂਟਰੀਜ਼ ਹੋਣਗੀਆਂ। ਠੀਕ ਆ, ਸੋ 3 different types ਨੇ ਫੋਰ ਫੀਚਰ ਆਫ ਸ਼ੇਅਰਸ ਐਟ par, four feature of shares at a premium, and four feature of shares at a discount। So first of all, four feature of shares issued at par। par ਦਾ ਮਤਲਬ ਕੀ ਆ? par ਦਾ ਮਤਲਬ ਆ ਕਿ ਕੰਪਨੀ ਨੇ ਜਿੰਨੇ ਦੇ ਸ਼ੇਅਰਸ ਦੀ ਫੇਸ ਵੈਲਿਊ ਸੀਗੀ ਉਸ ਫੇਸ ਵੈਲਿਊ ਦੇ ਉੱਤੇ ਸ਼ੇਅਰਸ ਨੂੰ ਇਸ਼ੂ ਕੀਤਾ ਹੋਇਆ ਸੀ। ਠੀਕ ਆ, ਕੰਪਨੀ ਦਾ ਕੋਈ ਸ਼ੇਅਰਸ ਦੀ ਫੇਸ ਵੈਲਿਊ ਸੀਗੀ 100 ਰੁਪੀਸ, ਕੰਪਨੀ ਨੂੰ 100 ਰੁਪੀਸ ਤੇ ਇਸ਼ੂ ਕੀਤਾ ਸੀ, ਤੇ ਹੁਣ ਉਹਦੇ par ਤੇ ਸ਼ੇਅਰ ਇਸ਼ੂ ਹੋਏ ਨੇ। ਇਨਵੈਸਟਰ ਉਹਨਾਂ ਸ਼ੇਅਰਸ ਦੇ ਉੱਤੇ ਕਿਸੇ ਵੀ ਕਾਲ ਪੇ ਕਰਨ ਦੇ ਵਿੱਚ ਜਾਂ ਅਲਾਟਮੈਂਟ ਮਨੀ ਪੇ ਕਰਨ ਦੇ ਵਿੱਚ ਫੇਲ ਹੋ ਗਿਆ, ਤੇ ਕੰਪਨੀ ਨੇ ਕੀ ਕੀਤਾ ਕਿ ਜਿਹੜੇ ਸ਼ੇਅਰਸ ਉਹਨੇ ਪਾਰ ਤੇ ਇਸ਼ੂ ਕੀਤੇ ਸੀ ਉਹਨਾਂ ਨੂੰ ਫੋਰਫੀਚ ਕਰ ਲਿਆ, ਉਹਨਾਂ ਤੇ ਆਪਣਾ ਪੋਜੈਸ਼ਨ ਦੁਆਰਾ ਕ੍ਰੀਏਟ ਕਰਤਾ। ਠੀਕ ਆ, ਉਸ ਕੇਸ ਦੇ ਵਿੱਚ ਜਰਨਲ ਐਂਟਰੀਜ਼ ਆਪਾਂ ਕੀ ਕਰਾਂਗੇ, ਜਦੋਂ ਵੀ ਆਪਾਂ ਸ਼ੇਅਰਸ ਨੂੰ ਫੋਰਫੀਚ ਕਰਾਂਗੇ, ਮੀਨਸ ਆਫਟਰ ਫੇਲਿੰਗ ਦਾ ਕਾਲ, ਜਦ ਇਨਵੈਸਟਰ ਕਾਲਸ ਨੂੰ ਫੇਲ ਕਰਨ 'ਚ ਫੇਲ ਹੋ ਜਾਊਗਾ, ਦੈਨ ਕੰਪਨੀ ਡਿਸਾਈਡ ਕਰੂਗੀ ਕਿ ਨਾਓ we are going to forfeit these shares, then ਉਸ ਕੇਸ 'ਚ ਆਪਾਂ ਕਿਹੜੀ ਜਰਨਲ ਐਂਟਰੀ ਪਾਉਣੀ ਹੈ? ਸ਼ੇਅਰ ਕੈਪੀਟਲ ਅਕਾਊਂਟ ਡੈਬਿਟ। ਓਕੇ, ਸ਼ੇਅਰ ਕੈਪੀਟਲ ਅਕਾਊਂਟ ਡੈਬਿਟ ਵਿਦ ਕਾਲਡ ਅਪ ਅਮਾਊਂਟ। ਕਾਲਡ ਅਪ ਅਮਾਊਂਟ ਮੀਨਸ ਕਿ ਜਿੰਨੀ ਆਪਾਂ ਉਸ ਪਾਰਟਿਕੂਲਰ ਸ਼ੇਅਰਸ ਦੇ ਉੱਤੇ ਕਿੰਨੇ ਪੈਸੇ ਕਾਲ ਕਰਨੇ ਸੀ,
ਜਾਂ ਕਿੰਨੇ ਪੈਸੇ ਆਪਾਂ ਕਾਲ ਕਰ ਚੁੱਕੇ ਆ। ਠੀਕ ਆ, ਆਪਾਂ ਜਦੋਂ ਐਗਜ਼ਾਮਪਲ ਕਰਾਂਗੇ ਤੁਹਾਨੂੰ ਟੋਟਲੀ ਕੰਪਲੀਟਲੀ ਇਹਨਾਂ ਨੂੰ ਕਲੀਅਰ ਹੋ ਜਾਊਗਾ ਇਹ ਟੌਪਿਕ। ਸੋ ਸਿੰਪਲੀ ਜਸਟ ਤੁਸੀਂ ਇੱਥੇ ਅੰਡਰਸਟੈਂਡ ਕਰੋ, ਸ਼ੇਅਰ ਕੈਪੀਟਲ ਅਕਾਊਂਟ ਡੈਬਿਟ ਵਿਦ ਕਾਲਡ ਅਪ ਅਮਾਊਂਟ, ਕਿ ਜਿੰਨੇ ਪੈਸੇ ਉਹਨਾਂ ਸ਼ੇਅਰਸ ਤੇ ਕੰਪਨੀ ਨੇ ਕਾਲ ਕੀਤੇ ਸੀ। ਟੂ ਸ਼ੇਅਰ ਫੋਰ ਫੀਚਰ ਅਕਾਊਂਟ ਪੇਡ ਅਪ ਅਮਾਊਂਟ, ਜਿੰਨੀ ਉਹ ਇਨਵੈਸਟਰ ਆਲਰੇਡੀ ਪੇ ਕਰ ਚੁੱਕਾ ਉਹਨਾਂ ਪਾਰਟਿਕੂਲਰ ਸ਼ੇਅਰਸ ਦੇ ਉੱਤੇ। ਟੂ ਸ਼ੇਅਰ ਫੋਰ ਫੀਚ ਅਕਾਊਂਟ, then to share allotment account and to share calls account। ठीक है, सो एंट्री की होगी शेयर कैपिटल अकाउंट डेबिट विद कॉल्ड अप अमाउंट, टू शेयर फॉरफीचर अकाउंट विद पेड अप अमाउंट, टू शेयर अलॉटमेंट मीन जेड़ा पैसा अलॉटमेंट दे पे नहीं किया, टू शेयर कॉल्स अकाउंट जिन्हें भी कॉल्स होंगे इंडिविजुअली मैं वर्ड ना लिखा कि फर्स्ट कॉल हो सकती है सैकेंड कॉल हो सकती है। सो ये जी दो एंट्रीज ने टू शेयर अलॉटमेंट अकाउंट टू शेयर कॉल्स अकाउंट ये इस इन्हों की जी एंट्री ना अमाउंट होगी वो अमाउंट आ जी इन्वेस्टर ने पे नहीं की, जी इन्वेस्टर ने फेल हो गया। सो इतने आप अज्यूम कर रहे हैं कि उन्हें अलॉटमेंट मनी भी पे नहीं की, सो इसलिए आप टू शेयर अलॉटमेंट अकाउंट पा रहे हैं। जो उन्हें अलॉटमेंट मनी पे की होंगी दैन आ टू शेयर अलॉटमेंट वाली एंट्री नहीं पैनी सी, दैन एंट्री की पैनी सी टू शेयर कैपिटल अकाउंट डेबिट टू कॉल्ड अप अमाउंट, टू शेयर फॉर फीचर अकाउंट पेड ऑलरेडी पेड अमाउंट एंड टू शेयर कॉल्स अकाउंट जे उन्हें कॉल्स नहीं पे की। ठीक है, सो ये एंट्री आप पानी है अगर शेयर्स एट पार इशू हुए सी ते वो शेयर्स बाद दे विच आफ्टर फिलिंग द पर्टिकुलर अलॉटमेंट और पर्टिकुलर कॉल्स कंपनी डिसाइडेड टू forfeit these shares। सैकेंड फॉर एग्जाम्पल आप एक एग्जाम्पल कर लेने इस क्वेश्चन की कि अगर शेयर्स पार ते इशू हुए सी दैन उन्होंने शेयर्स को अगर आप फोरफीच करते हैं दैन किवें आप क्वेश्चन को सॉल्व करांगे। सो रीड द क्वेश्चन, Honda Limited issued 10,000 equity shares 100 each payable as follow। कोई कंपनी सी उन्हें 10,000 इक्विटी शेयर इशू किए 100 ईच थे मतलब पार ते इशू किए। एप्लीकेशन मनी 20 रुपीज़ की कॉल की, 30 रुपीज़ अलॉटमेंट थे, 20 रुपीज़ ऑन फर्स्ट कॉल एंड 30 रुपीज़ ऑन सेकेंड एंड फाइनल कॉल। 100 रुपीज़ बन गए, 20 प्लस 30 50 दैन 20 70 दैन 30 100। तो 100 रुपीज़ पर शेयर सीगा, 100 आप कॉल करते एप्लीकेशन मनी अलॉटमेंट मनी फर्स्ट कॉल एंड सेकेंड कॉल की फॉर्म के। नैक्सट देखो 10,000 शेयर्स वर अप्लाइड एंड अलॉटेड, 10,000 ने अप्लाई किया 10,000 ने अलॉट करते। ऑल मनी ड्यू वाज रिसीव्ड विद एक्सेप्शन ऑफ बोथ कॉल्स ऑन 300 शेयर्स हेल्ड बाय सुप्रीम। एक इन्वेस्टर सीगा जिन्हें 300 शेयर्स होल्ड किए हुए सी, उन्हें दोने कॉल्स नहीं पे की, मीनस दोने कॉल्स का मतलब कि 20 रुपीज़ प्लस 30 रुपीज़, उन्हें 50 रुपीज़ पे नहीं किए 300 शेयर्स के उत्ते। ठीक है, दी शेयर्स वर फोरफिटेड गिव द नैसेसरी जर्नल एंट्रीज। हुण आपां सिर्फ फोर फीचर दी एंट्रीज इत्थे आपां अंडरस्टैंड करांगे कि फोर फीचर दी एंट्रीज किवें पईआं ने। 300 शेयर्स को आपां फोरफीच कीता बिकॉज 300 शेयर्स ने बोथ कॉल्स पे नहीं कीतियां, ना 20 रुपीज़ पे कीते ना 30 रुपीज़ पे कीते, मीनस कि उन्हें ऑलरेडी 20 प्लस 30 एप्लीकेशन मनी एंड अलॉटमेंट मनी ऑलरेडी पे कर चुका वा, बोथ कॉल्स पे नहीं की। सो आप एंट्री की सीखी होने कि अगर शेयर्स पार ते इशू होए होंगे दैन उन्होंने अगर आप फोरफीट कर रहे हैं दैन की एंट्री होगी शेयर कैपिटल अकाउंट डेबिट विद कॉल्ड अप अमाउंट, टू शेयर फोरफीचर अकाउंट विद ऑलरेडी पेड अप अमाउंट, टू शेयर कॉल्स अकाउंट अगर अलॉटमेंट मनी पे नहीं की दैन टू शेयर अलॉटमेंट अकाउंट भी होना सी, बट इतने आप टू शेयर कॉल्स अकाउंट फर्स्ट कॉल हो सकती है एंड टू सेकेंड एंड फाइनल कॉल हो सकती है। सो देखो सब तो पहला आप किन्ने पैसे कॉल किए, किन्ने पैसे आप लाइक आप मंगवाने सीगे, कॉल्ड अप किन्ने किए 100 रुपीज़, किन्ने शेयर्स के उत्ते 300 शेयर्स के उत्ते। सो 300 मल्टीप्लाई बाय 100 इज इक्वल टू 30,000 टू शेयर कैपिटल अकाउंट डेबिट विद 30,000। टू शेयर फोर फीचर अकाउंट मीनस ऑलरेडी जिन्ने पैसे इन्वेस्टर ने ऑलरेडी पे कर चुका हुआ इन्वेस्टर। सो इतने उन्हें किन्ने पैसे ऑलरेडी पे कर चुका हुआ 20 रुपीज़ प्लस 30 रुपीज़ मीनस 50 रुपीज़ ऑलरेडी इन्वेस्टर पे कर चुका अपने 300 शेयर्स से। सो 300 मल्टीप्लाई बाय 50 मीनस की आ गया है 15,000। टू शेयर फोर फीचर अकाउंट 15,000। ओके, देन टू शेयर फर्स्ट कॉल मीनस जेडे पैसे उन्हें पे नहीं किए, फर्स्ट कॉल के किन्ने पैसे पे नहीं किए 20 रुपीज़। सो 300 मल्टीप्लाई बाय 20 इज इक्वल टू 6,000 टू शेयर फर्स्ट कॉल 6,000। देन सेकंड कॉल भी पे नहीं की, सेकंड कॉल कितनी दी 30 रुपीज़ दी टू शेयर सेकंड एंड फाइनल कॉल 30 multiply by 300 is equal to 9,000 rupees। So entry will be share capital account debit with 30,000, to share for feature account already paid amount 15,000, to share first call 6,000 that is not paid, and to share second and final call 9,000 that is also not paid by the investors।
ओके सो आई होप कि ਤੁਹਾਨੂੰ ਇਹ ਟੌਪ ਜਿਹੜਾ ਐਟ ਪਾਰ ਤੇ ਅਗਰ ਸ਼ੇਅਰ ਇਸ਼ੂ ਹੋਏ ਸੀਗੇ ਐਂਡ ਉਹਨਾਂ ਨੂੰ ਫੋਰਫੀਚਰ ਕੀਤਾ ਗਿਆ ਉਹਨਾਂ ਦੀ ਜਨਰੈਲਿਟੀ ਸਮਝ ਆ ਗਿਆ। Now move to the second topic, that is a forfeiture of shares issued at a premium। अगर shares premium ਤੇ issue ਹੋਏ ਆ ਐਂਡ ਉਹੀ premium ਵਾਲੇ shares ਬਾਅਦ ਦੇ ਵਿੱਚ ਕਿਸੇ ਵੀ ਰੀਜ਼ਨ ਕਰਕੇ ਕਾਲ ਉਹ ਫੇਲ ਹੋ ਗਿਆ ਇਨਵੈਸਟਰ ਪੇ ਕਰਨ ਦੇ ਵਿੱਚ ਐਂਡ ਉਸ ਰੀਜ਼ਨ ਕਰਕੇ ਹੁਣ ਕੰਪਨੀ ਉਹਨਾਂ ਸ਼ੇਅਰਸ ਨੂੰ ਫੋਰਫੀਚ ਕਰ ਰਹੀ ਆ। ਠੀਕ ਆ ਸੋ ਇਸ ਕੇਸ ਦੇ ਵਿੱਚ ਦੋ ਕੇਸ ਨੇ ਆਪਾਂ ਵਨ ਬਾय ਵਨ ਕੇਸ ਕਰ ਲੈਣੇ ਆ। ਫਰਸਟ ਕੇਸ ਹੈਗਾ if shares were initially issued at premium and the premium amount has been fully realized। okay ਇਹਦਾ ਮਤਲਬ ਕੀ ਹੈ ਕਿ ਅਗਰ ਸ਼ੇਅਰਸ ਪ੍ਰੀਮੀਅਮ ਤੇ ਇਸ਼ੂ ਹੋਏ ਸੀ ਐਂਡ ਪ੍ਰੀਮੀਅਮ ਅਮਾਉਂਟ ਆਲਰੇਡੀ ਇਨਵੈਸਟਰ ਨੇ ਪੇ ਕਰ ਦਿੱਤੀ ਆ। ਸਮਝ ਆ ਗਿਆ ਪੁਆਇੰਟ ਮੀਨਸ ਕਿ ਕੋਈ ਸ਼ੇਅਰ ਸੀਗੇ ਉਹ ਪ੍ਰੀਮੀਅਮ ਤੇ ਇਸ਼ੂ ਹੋਏ ਸੀ। ਠੀਕ ਆ ਆਪਾਂ ਪ੍ਰੀਮੀਅਮ ਮੋਸਟਲੀ ਆਪਾਂ ਕਿੱਥੇ ਕਾਲ ਕਰਦੇ ਆ ਅਲਾਟਮੈਂਟ ਮਨੀ ਦੇ ਵਿੱਚ ਮੋਸਟਲੀ ਪ੍ਰੀਮੀਅਮ ਹੁੰਦਾ ਮੋਰ ਅਗਰ ਕੁਐਸਚਨ ਦੇ ਵਿੱਚ ਕੁਝ ਨਹੀਂ ਲਿਖਿਆ ਹੋਊਗਾ ਦੈਨ ਵੀ ਆਰ ਅਸਿਊਮਿੰਗ ਕਿ ਜਿਹੜਾ ਪ੍ਰੀਮੀਅਮ ਦੀ ਅਮਾਉਂਟ ਆ ਉਹ ਅਲਾਟਮੈਂਟ ਮਨੀ ਦੇ ਵਿੱਚ ਐਡ ਹੋਈ ਹੈ। ਇਟ ਮੀਨਸ ਕਿ ਇਨਵੈਸਟਰ ਨੇ ਜਦ ਅਲਾਟਮੈਂਟ ਮਨੀ ਦੀ ਕਾਲ ਕੀਤੀ ਅਲਾਟਮੈਂਟ ਮਨੀ ਪੇ ਕਰਤੀ ਨਾਲ ਦੀ ਨਾਲ ਉਹਨੇ ਪ੍ਰੀਮੀਅਮ ਵੀ ਪੇ ਕਰਤਾ ਮੀਨਸ ਕਿ ਪ੍ਰੀਮੀਅਮ ਦੀ ਅਮਾਉਂਟ ਆਲਰੇਡੀ ਰਿਅਲਾਈਜ਼ ਹੋ ਚੁੱਕੀ ਆ ਕੰਪਨੀ ਨੂੰ ਆਲਰੇਡੀ ਮਿਲ ਚੁੱਕੀ ਆ। but some of the shares are forfeited due to the non-payment of call money। The accounting of treatment forfeiture shall be the same pattern as in the case of shares issued at par। ठीक है ਹੁਣ ਪਹਿਲਾ ਕੇਸ ਕੀ ਹੈ ਕਿ ਅਗਰ ਸ਼ੇਅਰਸ ਪ੍ਰੀਮੀਅਮ ਤੇ ਹੋਏ ਸੀ ਐਂਡ ਪ੍ਰੀਮੀਅਮ ਅਮਾਉਂਟ ਆਲਰੇਡੀ ਇਨਵੈਸਟਰ ਨੇ ਪੇ ਕਰ ਦਿੱਤਾ ਵਾ ਬਟ ਉਸ ਤੋਂ ਬਾਅਦ ਅਗਰ ਕੋਈ ਕਾਲ ਪੇ ਕਰਨ ਚੋਂ ਫੇਲ ਹੋ ਗਿਆ ਦੈਨ ਕੰਪਨੀ ਅਗਰ ਉਹਨਾਂ ਸ਼ੇਅਰਸ ਨੂੰ ਫੋਰਫੀਟ ਕਰਦੀ ਹੈ ਦੈਨ ਜਨਰਲ ਐਂਟਰੀ ਸੇਮ ਪੈਣਗੀਆਂ ਜਿਹੜੀਆਂ ਆਪਾਂ ਇਸ਼ੂਡ ਐਟ ਪਾਰ ਦੇ ਵਿੱਚ ਹੁਣੇ ਆਪਾਂ ਅੰਡਰਸਟੈਂਡ ਕੀਤੀਆਂ ਨੇ। ਕੀ ਐਂਟਰੀ ਸੀਗੀ ਸ਼ੇਅਰ ਕੈਪੀਟਲ ਅਕਾਊਂਟ ਡੈਬਿਟ ਵਿਦ ਕਾਲਡ ਅਪ ਅਮਾਉਂਟ ਟੂ ਸ਼ੇਅਰ ਫੋਰਫੀਚਰ ਅਕਾਊਂਟ ਵਿਦ ਪੇਡ ਅਪ ਅਮਾਉਂਟ ਟੂ ਸ਼ੇਅਰ ਅਲਾਟਮੈਂਟ ਅਕਾਊਂਟ ਅਗਰ ਅਲਾਟਮੈਂਟ ਅਮਾਉਂਟ ਨਹੀਂ ਪੇ ਕੀਤੀ ਅਦਰਵਾਈਜ਼ ਨਹੀਂ ਐਂਟਰੀ ਪਾਊਗੀ ਅਦਰਵਾਈਜ਼ ਸਿੱਧੇ ਡਾਇਰੈਕਟ ਐਂਟਰੀ ਪਾਊਗੀ ਟੂ ਸ਼ੇਅਰ ਕਾਲਸ ਅਕਾਊਂਟ ਇੰਡੀਵਿਜੂਅਲੀ ਮੀਨਸ like ਜਿੰਨੀਆਂ ਵੀ ਉਹ calls ਨੇ। ਠੀਕ ਆ ਸੋ ਐਂਟਰੀ will be to share capital account debit with called up amount to share forfeiture account with paid up amount and to share calls account individually। ਠੀਕ ਆ ਸੋ ਇਹ ਸੇਮ ਐਂਟਰੀ ਆਪਾਂ ਪਾਉਣੀ ਹੈ ਐਟ ਪਾਰ ਵਾਲੀ ਅਗਰ ਪ੍ਰੀਮੀਅਮ ਤੇ ਸ਼ੇਅਰ ਇਸ਼ੂ ਹੋਏ ਸੀ ਐਂਡ ਪ੍ਰੀਮੀਅਮ ਅਮਾਉਂਟ ਆਲਰੇਡੀ ਇਨਵੈਸਟਰ ਨੇ ਪੇ ਕੀਤੀ ਹੋਈ। ਠੀਕ ਆ ਹੁਣ ਆਪਾਂ ਸੈਕੰਡ ਕੇਸ ਕਰ ਲੈਂਦੇ ਆ ਸੇਮ ਪ੍ਰੀਮੀਅਮ ਤੇ ਅਗਰ ਸ਼ੇਅਰ ਇਸ਼ੂ ਹੋਏ ਨੇ ਬਟ ਸੈਕੰਡ ਕੇਸ ਕੀ ਆ ਸੈਕੰਡ ਕੇਸ ਆਵਾ ਕਿ ਅਗਰ ਸ਼ੇਅਰਸ ਪ੍ਰੀਮੀਅਮ ਤੇ ਇਸ਼ੂ ਹੋਏ ਆ ਬਟ ਇਨਵੈਸਟਰ ਨੇ ਪ੍ਰੀਮੀਅਮ ਦੀ ਅਮਾਉਂਟ ਪੇ ਨਹੀਂ ਕੀਤੀ ਉਹ ਪ੍ਰੀਮੀਅਮ ਦੀ ਅਮਾਉਂਟ ਵੀ ਪੇ ਕਰਨ ਦੇ ਵਿੱਚ ਫੇਲ ਹੋ ਗਿਆ ਜਾਂ ਤਾਂ ਸਾਰੀ ਦੀ ਸਾਰੀ ਨਹੀਂ ਪੇ ਕੀਤੀ ਜਾਂ ਕੁਝ ਪੇ ਕਰਤੀ ਕੁਝ ਅਜੇ ਪੇ ਨਹੀਂ ਕੀਤੀ। ਠੀਕ ਆ ਇੱਥੇ ਧਿਆਨ ਨਾਲ ਪੜੋ ਇਨ ਕੇਸ ਦਾ however if the premium amount has not been received either wholly or partially। ਠੀਕ ਆ ਮਤਲਬ ਕੀ ਹੈ ਕਿ ਅਗਰ ਉਹਨੇ ਪਾਰਸ਼ਲੀ ਵੀ ਪੇ ਨਹੀਂ ਕੀਤਾ ਜਾਂ ਹੋਲੀ ਵੀ ਪੇ ਨਹੀਂ ਕੀਤਾ ਚਾਹੇ ਥੋੜੀ ਅਮਾਉਂਟ ਨਹੀਂ ਪੇ ਕੀਤੀ ਚਾਹੇ ਸਾਰੀ ਦੀ ਸਾਰੀ ਅਮਾਉਂਟ ਨਹੀਂ ਪੇ ਕੀਤੀ ਇਸ ਕੇਸ ਦੇ ਵਿੱਚ ਆਪਾਂ ਜਨਰਲ ਐਂਟਰੀ ਕੀ ਪਾਵਾਂਗੇ। ਸੋ ਇਸ ਕੇਸ ਦੇ ਵਿੱਚ ਜਨਰਲ ਐਂਟਰੀ ਕੀ ਹੋਗੀ ਸ਼ੇਅਰ ਕੈਪੀਟਲ ਅਕਾਊਂਟ ਡੈਬਿਟ ਵਿਦ ਕਾਲਡ ਅਪ ਅਮਾਉਂਟ ਟੂ ਸ਼ੇਅਰ ਪ੍ਰੀਮੀਅਮ ਅਕਾਊਂਟ ਇਹਨੂੰ ਵੀ ਆਪਾਂ ਡੈਬਿਟ ਕਰਨਾ ਕਿਸ ਅਮਾਉਂਟ ਨਾਲ ਜਿੰਨੀ ਅਮਾਉਂਟ ਪ੍ਰੀਮੀਅਮ ਦੀ ਸੀਗੀ। ਠੀਕ ਆ ਸ਼ੇਅਰ ਕੈਪੀਟਲ ਅਕਾਊਂਟ ਡੈਬਿਟ ਵਿਦ ਕਾਲਡ ਅਪ ਅਮਾਉਂਟ ਟੂ ਸਿਕਿਉਰਿਟੀ ਪ੍ਰੀਮੀਅਮ ਅਕਾਊਂਟ ਵਿਦ ਲਾਈਕ ਜਿੰਨੀ ਆਪਾਂ ਪ੍ਰੀਮੀਅਮ ਦੇ ਅਕਾਊਂਟ ਕਾਲ ਕਰਨੀ ਹੈ ਟੂ ਸ਼ੇਅਰ ਫੋਰਫੀਚਰ ਅਕਾਊਂਟ। ਠੀਕ ਆ ਜਿਹੜੀ ਅਮਾਉਂਟ ਆਲਰੇਡੀ ਪੇ ਕਰ ਚੁੱਕਾ ਟੂ ਸ਼ੇਅਰ ਅਲਾਟਮੈਂਟ ਅਕਾਊਂਟ ਇਸ ਅਲਾਟਮੈਂਟ ਅਕਾਊਂਟ ਆਪਾਂ ਅਸਿਊਮ ਕਰਦੇ ਹਾਂ ਕਿ ਪ੍ਰੀਮੀਅਮ ਅਮਾਉਂਟ ਅਲਾਟਮੈਂਟ ਦੇ ਵਿੱਚ ਸੀ ਅਲਾਟਮੈਂਟ ਟੂ ਸ਼ੇਅਰ ਅਲਾਟਮੈਂਟ ਆਪਾਂ ਹੁਣ ਲਾਈਕ ਆਪਣੇ ਨੂੰ ਰਿਸੀਵ ਨਹੀਂ ਹੋਈ ਸੋ ਉਹ ਵੀ ਆਪਾਂ ਕ੍ਰੈਡਿਟ ਕਰਾਂਗੇ ਟੂ ਸ਼ੇਅਰਸ ਅਕਾਊਂਟ ਕਾਲਸ ਅਕਾਊਂਟ ਸ਼ੇਅਰਸ ਕਾਲਸ ਵੀ ਆਪਾਂ ਨੂੰ ਰਿਸੀਵ ਨਹੀਂ ਹੋਈ। ਠੀਕ ਆ ਸੋ ਐਂਟਰੀ ਵਿਲ ਬੀ ਸ਼ੇਅਰ ਕੈਪੀਟਲ ਅਕਾਊਂਟ ਡੈਬਿਟ ਸ਼ੇਅਰ ਪ੍ਰੀਮੀਅਮ ਅਕਾਊਂਟ ਡੈਬਿਟ ਟੂ ਸ਼ੇਅਰ ਫੋਰਫੀਚਰ ਅਕਾਊਂਟ ਟੂ ਸ਼ੇਅਰ ਅਲਾਟਮੈਂਟ ਅਕਾਊਂਟ ਐਂਡ ਟੂ ਸ਼ੇਅਰ ਕਾਲਸ। ਹਾਂਜੀ ਸੋ ਆਪਾਂ ਹੁਣੇ ਦੇਖਿਆ ਕਿ ਜਿਹੜੇ ਆਪਾਂ ਫੋਰਫੀਚਰ ਅਗਰ ਆਪਾਂ ਪ੍ਰੀਮੀਅਮ ਤੇ ਕੋਈ ਸ਼ੇਅਰ ਇਸ਼ੂ ਕੀਤੇ ਸੀ ਦੈਨ ਉਹਨਾਂ ਸ਼ੇਅਰਸ ਨੂੰ ਅਗਰ ਆਪਾਂ ਫੋਰਫੀਚਰ ਕਰਦੇ ਹਾਂ ਦੈਨ ਉਹਦੀ ਆਪਾਂ ਜਨਰਲ ਐਂਟਰੀਜ਼ ਕਿਵੇਂ ਰਿਕਾਰਡ ਕਰਨੀ ਆ ਹੁਣੇ ਆਪਾਂ ਇਹਨੂੰ ਅੰਡਰਸਟੈਂਡ ਕੀਤਾ ਸੀ। ਚਲਿਏ ਆਪਾਂ ਇੱਕ ਇਲਸਟ੍ਰੇਸ਼ਨ ਕਰ ਲੈਂਦੇ ਹਾਂ। ਫॉर एग्जांपल सुनैना a shareholder holding 500 shares of 10 each did not pay the allotment money ₹4 per share including a premium ₹2। ਇੱਥੇ ਇਹਨਾਂ ਨੇ ਕਿਹਾ ਵਾ ਕਿ ਕੋਈ ਸ਼ੇਅਰ ਹੋਲਡਰ ਸੀਗਾ ਉਹਨੇ 500 ਸ਼ੇਅਰਸ ਹੋਲਡ ਕੀਤੇ ਹੋਏ ਸੀ 10 ਰੁਪਏ ਦਾ ਇੱਕ ਸ਼ੇਅਰ ਸੀਗਾ
एंड उन्हें अलॉटमेंट मनी पे नहीं की। अलॉटमेंट मनी 4 रुपीज़ दी है इंक्लूडिंग प्रीमियम, ਉਹਦੇ ਵਿੱਚ ਹੀ प्रीमियम मीनस कि उन्हें प्रीमियम भी पे नहीं किया। एंड द फर्स्ट एंड फाइनल कॉल, एक तो अलॉटमेंट मनी पे नहीं की इंक्लूडिंग प्रीमियम एंड देन फर्स्ट एंड फाइनल कॉल ₹3 ਦੀ ਇਹ ਵੀ पे नहीं। हर शेयर्स वर forfeited after the first and final call, ਜਦੋਂ ਨੇ ਫਸਟ ਐਂਡ ਫਾਈਨਲ ਕਾਲ ਪੇ ਨਹੀਂ ਕੀਤੀ ਉਸ ਤੋਂ ਬਾਅਦ ਉਹਦੇ ਸ਼ੇਅਰਸ ਫੋਰਫੀਟ ਕਰ ਲਏ ਗਏ। ਗਿਵ ਦਾ ਜਨਰਲ ਐਂਟਰੀਜ਼ ਆਫ ਫੋਰਫੀਚਰ ਆਫ ਸ਼ੇਅਰਸ। ਠੀਕ ਆ, ਸੋ ਦੇਖੋ ਹੁਣ ਸਭ ਤੋਂ ਪਹਿਲਾਂ ਆਪਣੇ ਕੋਲ ਐਂਟਰੀ ਕੀ, ਆਪਾਂ ਐਂਟਰੀ ਕੀ ਅੰਡਰਸਟੈਂਡ ਕੀਤੀ ਹੈ। ਅਗਰ ਕੋਈ ਸ਼ੇਅਰਸ ਪ੍ਰੀਮੀਅਮ ਤੇ ਇਸ਼ੂ ਹੋਇਆ ਹੋਵੇ ਐਂਡ ਉਹਦੀ ਪ੍ਰੀਮੀਅਮ ਅਮਾਊਂਟ ਰਿਸੀਵ ਨਾ ਹੋਈ ਹੋਵੇ ਤਾਂ ਐਂਟਰੀ ਕੀ ਹੁੰਦੀ ਹੈ, ਸ਼ੇਅਰ ਕੈਪੀਟਲ ਅਕਾਊਂਟ ਡੈਬਿਟ, ਸ਼ੇਅਰ ਪ੍ਰੀਮੀਅਮ ਅਕਾਊਂਟ ਡੈਬਿਟ, ਟੂ ਸ਼ੇਅਰ ਫੋਰਫੀਚਰ ਅਕਾਊਂਟ, ਟੂ ਸ਼ੇਅਰ ਲਾਈਕ ਅਲਾਟਮੈਂਟ ਅਕਾਊਂਟ ਔਰ ਟੂ ਸ਼ੇਅਰ ਫਸਟ ਐਂਡ ਫਾਈਨਲ ਕਾਲ। ਠੀਕ ਆ, ਇਹ ਐਂਟਰੀਜ਼ ਬਣੀ। ਸੋ ਸਭ ਤੋਂ ਪਹਿਲਾਂ ਆਪਾਂ ਹੁਣ ਦੇਖਦੇ ਹਾਂ ਕਿ ਆਪਾਂ ਐਕਚੁਅਲੀ ਉਹ ਤੋਂ ਕਿੰਨੇ ਪੈਸੇ ਮੰਗਵਾਏ ਸੀ। ਸੋ 500 ਸ਼ੇਅਰ ਸੀਗੇ, 10 ਰੁਪੀਜ਼ ਈਚ ਆ, ਦੈਟ ਮੀਨਸ ਕਾਲਡ ਅਪ ਅਮਾਊਂਟ ਕਿੰਨੀ ਦੀ ਹੋਗੀ 5000। ਸ਼ੇਅਰ ਕੈਪੀਟਲ ਅਕਾਊਂਟ 5000 ਮੀਨਸ ਆਪਾਂ 5000 ਤੋਂ ਕਾਲ ਕਰਨੀ ਸੀ। ਦੈਨ ਟੂ ਸਿਕਿਉਰਿਟੀ ਪ੍ਰੀਮੀਅਮ ਅਕਾਊਂਟ ਜਾਂ ਸ਼ੇਅਰ ਪ੍ਰੀਮੀਅਮ ਅਕਾਊਂਟ ਨੂੰ ਵੀ ਆਪਾਂ ਡੈਬਿਟ ਕਰਨਾ ਕਿੰਨੇ ਨਾਲ, 2 ਰੁਪਏ ਨਾਲ, ਮੀਨਸ 2 ਰੁਪਏ ਪ੍ਰੀਮੀਅਮ ਦਾ ਸੀਗਾ, 500 ਮਲਟੀਪਲਾਈ ਬਾਈ 2 ਇਜ਼ ਇਕੁਅਲ ਟੂ 1000। ਟੂ ਸ਼ੇਅਰ ਕੈਪੀਟਲ ਅਕਾਊਂਟ sorry to share capital account, एक मिनट, हाँ जी, तो शेयर कैपिटल अकाउंट 5000, टू सिक्योरिटी प्रीमियम अकाउंट 1000, टू शेयर फोर फीट कर लेने पहला आप मीनस एंट्री पहला भी पा सकते हैं आप, इन्होंने नीचे पाई हुई नॉट एन इशू। सो टू शेयर फोर फीचर अकाउंट मीनस जिन्ने पैसे ऑलरेडी रिसीव होए हुए। ठीक है, सो देखो और किन्ने पैसे रिसीव होए हुए ऑलरेडी अपने को, देखो टोटल किन्ने पैसे हो गए, 10 रुपए कॉल करने सी। ठीक आ, सो 10 रुपए ਦੇ ਵਿੱਚ ਮੀਨਸ 4 ਰੁਪਏ ਦਾ ਅਲਾਟਮੈਂਟ ਮਨੀ ਹੈ, 3 ਰੁਪਏ ਲਾਈਕ ਹੋ ਗਈ ਆਪਣੇ ਕੋਲ ਫਸਟ ਐਂਡ ਫਾਈਨਲ ਕਾਲ 7 ਰੁਪਏ, ਉਹਦੇ ਵਿੱਚੋਂ 2 ਰੁਪਏ ਮਾਈਨਸ ਕਰ ਦਿਓ ਮੀਨਸ ਕਿ ਟੋਟਲ ਅਮਾਊਂਟ ਆਪਾਂ ਕਿੰਨੇ ਦੀ ਆਲਰੇਡੀ ਆ ਚੁੱਕੀ ਆਪਣੇ ਕੋਲ 5 ਰੁਪਏ। ਠੀਕ ਆ, 10 ਰੁਪਏ ਕਾਲ ਕਰਨੇ ਸੀ, 2 ਰੁਪਏ ਦੇ 2 ਰੁਪਏ ਦੇ ਨਹੀਂ ਆਏ, 3 ਰੁਪਏ ਦੇ ਨਹੀਂ ਆਏ, ਮੀਨਸ 5 ਰੁਪਏ ਆਏ ਨਹੀਂ ਹੈਗੇ, ਮੀਨਸ ਕਿ 5 ਰੁਪਏ ਆਲਰੇਡੀ ਆਪਣੇ ਕੋਲ ਰਿਸੀਵ ਹੋ ਚੁੱਕੇ ਨੇ, ਮੀਨਸ 5 ਰੁਪਏ ਆਪਾਂ ਐਪਲੀਕੇਸ਼ਨ ਮਨੀ ਤੇ ਰਿਸੀਵ ਕੀਤੇ ਹੋਏ ਨੇ। ਸੋ 500 ਮਲਟੀਪਲਾਈ ਬਾਈ 5 ਇਜ਼ ਇਕੁਅਲ ਟੂ 2500, ਮੀਨਸ ਕਿ ਆਪਾਂ ਸ਼ੇਅਰ ਫੋਰਫੀਚਰ ਅਕਾਊਂਟ ਨੂੰ ਕਿੰਨੇ ਨਾਲ ਕ੍ਰੈਡਿਟ ਕਰਾਂਗੇ 2500 ਨਾਲ, ਮੀਨਸ ਕਿ 2500 ਰੁਪੀਜ਼ ਆਪਾਂ ਆਲਰੇਡੀ ਉਹਨਾਂ ਤੋਂ ਰਿਸੀਵ ਕਰ ਚੁੱਕੇ ਹਾਂ ਪਰਟੀਕੁਲਰ ਸ਼ੇਅਰ ਹੋਲਡਰ। ਠੀਕ ਹੈ, ਇਹ ਪਤਾ ਲੱਗ ਗਿਆ ਕਿਵੇਂ ਹੋਇਆ, ਬਿਕੋਜ਼ 10 ਰੁਪਏ ਦਾ ਸ਼ੇਅਰ ਸੀਗਾ। ਠੀਕ ਆ, ਉਹਦੇ ਵਿੱਚ ਆਪਾਂ ਇਹਨਾਂ ਨੇ ਆਪਣੀ ਐਪਲੀਕੇਸ਼ਨ ਮਨੀ ਨਹੀਂ ਦਿੱਤੀ ਹੋਈ ਸੀ, ਐਪਲੀਕੇਸ਼ਨ ਮਨੀ ਆਪਾਂ ਖੁਦ ਕੈਲਕੂਲੇਟ ਕਰ ਸਕਦੇ ਹਾਂ। ਅਗਰ 10 ਰੁਪਏ ਦਾ ਸ਼ੇਅਰ ਆ, 4 ਰੁਪਏ ਅਲਾਟਮੈਂਟ ਦੇ ਨੇ ਇੰਕਲੂਡਿੰਗ ਪ੍ਰੀਮੀਅਮ 2 ਰੁਪਏ, ਮੀਨਸ 2 ਰੁਪਏ ਅਲਾਟਮੈਂਟ ਤੇ ਹੋ ਗਏ, 3 ਰੁਪਏ ਫਾਈਨਲ ਕਾਲ ਤੇ ਹੋ ਗਏ, 2 ਤੇ 3 5 ਤੇ 5 ਰੁਪਏ ਕਿਤੇ ਰਹਿ ਗਏ, ਇਟ ਮੀਨਸ ਐਪਲੀਕੇਸ਼ਨ ਮਨੀ ਤੇ। ਸੋ 5 ਰੁਪਏ ਆਲਰੇਡੀ ਰਿਸੀਵ ਹੋ ਚੁੱਕੇ ਨੇ, ਸੋ ਸ਼ੇਅਰ ਫੋਰਫੀਚਰ ਅਕਾਊਂਟ 2500। ਠੀਕ ਆ, ਉਸ ਤੋਂ ਬਾਅਦ ਸ਼ੇਅਰ ਅਲਾਟਮੈਂਟ ਅਕਾਊਂਟ। ਹੁਣ ਸ਼ੇਅਰ ਅਲਾਟਮੈਂਟ ਅਕਾਊਂਟ ਜਿਹੜਾ ਆਪਾਂ ਇੱਥੇ ਕਰਾਂਗੇ ਇਨਕਲੂਡਿੰਗ ਪ੍ਰੀਮੀਅਮ ਕਰਾਂਗੇ, ਕਿਉਂਕਿ ਆਪਣੇ ਕੋਲ ਇਨਕਲੂਡਿੰਗ ਪ੍ਰੀਮੀਅਮ ਆਪਾਂ ਜਿਹੜਾ ਰਿਸੀਵ ਨਹੀਂ ਹੋਇਆ, ਸੋ ਜਿਹੜੀ ਚੀਜ਼ ਨਹੀਂ ਰਿਸੀਵ ਹੋ ਗਈ ਉਹੀ ਆਪਾਂ ਕ੍ਰੈਡਿਟ ਕਰ ਦਿੰਦੇ ਹਾਂ। ਸੋ ਟੂ ਸ਼ੇਅਰ ਅਲਾਟਮੈਂਟ ਅਕਾਊਂਟ 2000 ਕਿਵੇਂ ਆਇਆ, 500 ਮਲਟੀਪਲਾਈ ਬਾਈ 4 ਇਜ਼ ਇਕੁਅਲ ਟੂ 2000, ਟੂ ਸ਼ੇਅਰ ਫਸਟ ਐਂਡ ਫਾਈਨਲ ਕਾਲ ₹3 ਮਲਟੀਪਲਾਈ ਬਾਈ 500 ਇਜ਼ ਇਕੁਅਲ ਟੂ 1500। ਠੀਕ ਆ, ਸੋ ਇਸ ਤਰ੍ਹਾਂ ਆਪਾਂ ਇਹ ਜਿਹੜੀ ਜਨਰਲ ਐਂਟਰੀਜ਼ ਰਿਕਾਰਡ ਕੀਤੀਆਂ ਨੇ। ਟੂ ਸ਼ੇਅਰ ਕੈਪੀਟਲ ਅਕਾਊਂਟ ਡੈਬਿਟ 5000, ਟੂ ਸਿਕਿਉਰਿਟੀ ਪ੍ਰੀਮੀਅਮ ਅਕਾਊਂਟ 1000, ਟੂ ਸ਼ੇਅਰ ਅਲਾਟਮੈਂਟ ਅਕਾਊਂਟ 2000, टू शेयर फर्स्ट कॉल 1500 एंड टू शेयर फॉर फ्यूचर अकाउंट 2500। ठीक है, आई होप कि ਤੁਹਾਨੂੰ ਇਹ ਕੁਐਸਚਨ ਸਮਝ ਆ ਗਿਆ। ਓਕੇ, ਥਰਡ ਐਂਡ ਲਾਸਟ ਟੌਪਿਕ ਇਹਦੇ ਵਿੱਚ ਹੈਗਾ ਫੋਰਫੀਚਰ ਆਫ ਸ਼ੇਅਰਸ ਇਸ਼ੂਡ ਐਟ ਡਿਸਕਾਊਂਟ। ਅਗਰ ਜਿਹੜੇ ਆਪਾਂ ਸ਼ੇਅਰਸ ਇਨੀਸ਼ੀਅਲੀ ਆਪਾਂ ਡਿਸਕਾਊਂਟ ਤੇ ਇਸ਼ੂ ਕੀਤੇ ਆ ਐਂਡ ਉਹੀ ਡਿਸਕਾਊਂਟਡ ਸ਼ੇਅਰਸ ਹੁਣ ਆਪਾਂ ਫੋਰਫੀਟ ਕਰ ਰਹੇ ਹਾਂ, ਮੀਨਸ ਕਿ ਉਹਨਾਂ ਨੂੰ ਪੋਜੈਸ਼ਨ ਉਹਨਾਂ ਦਾ ਦੁਬਾਰਾ ਇਨਵੈਸਟਰ ਤੋਂ ਬੈਕ ਕਰ ਰਹੇ ਹਾਂ, ਸੋ ਉਸ ਕੇਸ ਦੇ ਵਿੱਚ ਐਂਟਰੀਜ਼ ਕੀ ਪੈਣੀ। ਠੀਕ ਆ, ਸੋ ਟੌਪਿਕ ਕੀ ਆ, ਫੋਰਫੀਚਰ ਆਫ ਸ਼ੇਅਰਸ ਇਸ਼ੂਡ ਐਟ ਡਿਸਕਾਊਂਟ, ਮੀਨਸ ਕਿ ਸ਼ੇਅਰ ਡਿਸਕਾਊਂਟ ਤੇ ਇਸ਼ੂ ਹੋਏ ਸੀ ਐਂਡ ਹੁਣ ਉਸ ਡਿਸਕਾਊਂਟ ਨੂੰ ਆਪਾਂ ਕੈਂਸਲ ਕਰਾਂਗੇ। ਓਕੇ, ਬਾय ਰਿਕਾਰਡਿੰਗ ਫੋਲੋਇੰਗ ਜਨਰਲ ਐਂਟਰੀਜ਼। ਜਨਰਲ ਐਂਟਰੀਜ਼ ਕੀ ਹੋਣਗੀਆਂ, ਸ਼ੇਅਰ ਕੈਪੀਟਲ ਅਕਾਊਂਟ ਡੈਬਿਟ ਸੇਮ ਕਾਲਡ ਅਪ ਅਮਾਊਂਟ ਨਾਲ, ਟੂ ਸ਼ੇਅਰ ਫੋਰਫੀਚਰ ਅਕਾਊਂਟ ਮੀਨਸ ਜਿਹੜੀ ਅਮਾਊਂਟ ਆਲਰੇਡੀ ਆਪਾਂ ਰਿਸੀਵ ਕੀਤੀ ਆ, ਟੂ ਡਿਸਕਾਊਂਟ ਔਨ ਸ਼ੇਅਰ ਜਿਹੜਾ ਆਪਾਂ ਡਿਸਕਾਊਂਟ ਨਹੀਂ ਰਿਸੀਵ ਕੀਤਾ, and to share allotment account and to share calls account means अगर allotment नहीं पे हुई then to share allotment account आऊगा, अगर कोई calls नहीं पे हुई है then to share calls account आऊगा। So entry will be share capital account debit, to share forfeiture account, to discount on issue of share account, to share allotment account if allotment is not received, and to share calls account if individually calls are not paid by the investors। Okay, so now the illustration ਆਪਾਂ ਕਰ ਲੈਣੇ ਆ, ਬਹੁਤ important illustration ਆ, ਧਿਆਨ ਨਾਲ understand ਕਰਿਓ। सो देखो, मदन लिमिटेड इनवाइटेड एप्लीकेशन ऑफ 20,000 शेयर्स 100 ईच
ठीक है। कोई मदन लिमिटेड एक नाम की कंपनी आ, उन्हें 20,000 शेयर्स ਲਈ इनवाइट किया पब्लिक ਨੂੰ 100 रुपए का शेयर ਸੀਗਾ डिस्काउंट ਦੇ ਉੱਤੇ 10% मीनस 100 मल्टीप्लाई बाय 10% इज इक्वल टू 10 रुपीज़ का डिस्काउंट दिता। पेबल 25 ऑन एप्लीकेशन 25 रुपए एप्लीकेशन ਦੇ 25 ऑन अलॉटमेंट अलॉटमेंट ਤੇ 25 ऑन फर्स्ट एंड फाइनल कॉल ਤੇ फर्स्ट कॉल ਤੇ एंड 50 रुपीज़ ऑन सेकंड कॉल ਤੇ टोटल देखो 25 प्लस 25 प्लस 25 75 प्लस 15 इज इक्वल टू 90 रुपीज़ कॉल करने से क्योंकि 10 रुपये आप डिस्काउंट देते सो 90 रुपीज़ उन्हें कॉल कर लिया। रितु who applied 1000 shares were allotted 600 shares and the excess application money adjusted against the allotment money। ठीक है। एक शेयर होल्डर ਸੀਗਾ ਜਿਹਦਾ ਨਾਮ ਰਿਤੂ ਆ, ਉਹਨੇ 1000 ਸ਼ੇਅਰ ਲਈ ਅਪਲਾਈ ਕੀਤਾ ਸੀ ਬਟ ਉਹਨੂੰ ਆਪਾਂ 600 ਸ਼ੇਅਰ ਇਸ਼ੂ ਕੀਤੇ ਕਿਉਂਕਿ ਆਪਾਂ ਪ੍ਰੋਰਾਟਾ ਬੇਸ ਤੇ ਅਲਾਟਮੈਂਟ ਕਰ ਰਹੇ ਹਾਂ। ਸੋ ਉਹਨੇ 1000 ਸ਼ੇਅਰ ਲਈ ਅਪਲਾਈ ਕੀਤਾ ਸੀ, ਉਹਨੂੰ ਆਪਾਂ 600 ਸ਼ੇਅਰ ਅਲਾਟ ਕੀਤੇ ਤੇ ਜਿਹੜੀ ਵੀ ਐਕਸੈਸ ਮਨੀ ਆਪਾਂ ਉਹ ਤੋਂ ਰਿਸੀਵ ਕੀਤੀ ਸੀ ਉਹਨੂੰ ਆਪਾਂ ਉਹਦੀ ਅਲਾਟਮੈਂਟ ਤੇ ਐਡਜਸਟ ਕੀਤਾ, ਮੀਨਸ ਕਿ ਉਹਦੇ ਪੈਸੇ ਵਾਪਸ ਨਹੀਂ ਮੋੜੇ, ਉਹਨੂੰ ਆਪਾਂ ਅਲਾਟਮੈਂਟ ਤੇ ਐਡਜਸਟ ਕਰਤਾ। these shares were forfeited after the first call। ਹੁਣ ਇਹਨਾਂ ਹੀ ਸ਼ੇਅਰਸ ਨੂੰ ਜਿਹੜੇ ਆਪਾਂ 600 शेयर की गल की इन्हों ही शेयर्स में आप फोरफीट किया आफ्टर फर्स्ट कॉल, मीनस कि उन्हें सैकेंड कॉल पे नहीं की सी। ठीक है। फर्स्ट कॉल तो बाद आप की कर लिया लाइक आप की कर लिया सॉरी उन्हें अलॉटमेंट मनी पे नहीं की सी, सो इसलिए आप की कर लिया जी आफ्टर फर्स्ट कॉल सॉरी। ठीक है। फर्स्ट कॉल तो बाद आप फोरफीट कर लिया, सैकेंड कॉल आप अजे कॉल ही नहीं की, फर्स्ट कॉल की उन्हें फर्स्ट कॉल पे नहीं की, सो आप उस तो बाद फर्स्ट कॉल तो बाद उन्होंने फोरफीट कर लिया। ठीक है। सो जनरलाइज द ट्रांजैक्शन ऑफ फोरफीचर आफ्टर शी हैविंग फेल्ड टू पे। ओके हुण आपां दो इत्थे पॉइंट होणगे। फर्स्ट आपां की अज्यूम कर रहे हैं इफ अलॉटमेंट मनी एंड द फर्स्ट कॉल, अगर उन्हें अलॉटमेंट मनी एंड फर्स्ट कॉल पे नहीं की उस केस दे विच जनरल एंट्रीज की पैनी है। ठीक है। सो अलॉटमेंट मनी एंड फर्स्ट कॉल उन्हें पे नहीं की। हुण देखो सब तो पहला ये जो क्वेश्चन है बहुत इंपॉर्टेंट क्यों क्योंकि ਇੱਥੇ ਇੱਕ ਤਾਂ ਡਿਸਕਾਊਂਟ ਦੀ ਗੱਲ ਹੋਈ ਹੈ। ਸੈਕਿੰਡ ਇੱਕ ਚੀਜ਼ ਹੋਰ ਹੈ ਇਹਦੇ ਵਿੱਚ ਕਿ 1000 ਸ਼ੇਅਰ ਲਈ ਉਹਨੇ ਅਪਲਾਈ ਕੀਤਾ ਸੀ, ਉਹਨੂੰ 600 ਸ਼ੇਅਰ ਸੀ ਆਪਾਂ ਅਲਾਟ ਕੀਤੇ ਆ ਤੇ ਐਕਸੈਸ ਜਿਹੜੀ ਐਪਲੀਕੇਸ਼ਨ ਮਨੀ ਹੈ ਉਹ ਆਪਾਂ ਐਡਜਸਟ ਕਰਨੀ ਆ ਅਲਾਟਮੈਂਟ ਮਨੀ ਦੇ ਵਿੱਚ। ਇਹਦਾ ਮਤਲਬ ਆ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਾਂ ਅਲਾਟਮੈਂਟ ਕਿੰਨੇ ਦੀ ਕਰਨੀ ਸੀ ਜਿਹੜੀ ਕਿ ਉਹਨੇ ਪੇ ਨਹੀਂ ਕੀਤੀ, ਕਿਉਂਕਿ ਆਪਾਂ ਇੱਥੇ ਅਸਿਊਮ ਕੀ ਕਰ ਰਹੇ ਹਾਂ ਇਫ ਦ ਅਲਾਟਮੈਂਟ ਮਨੀ ਐਂਡ ਦ ਫਰਸਟ ਕਾਲ ਇਜ਼ ਨਾਟ ਪੇਡ ਬਾय ਦ ਇਨਵੈਸਟਰ। ਸੋ ਆਪਾਂ ਇਹ ਚੀਜ਼ ਪਹਿਲਾਂ ਆਪਾਂ ਕੈਲਕੂਲੇਟ ਕਰਨੀ ਹੈ कि एक्चुअल दे विच उन्हें कितनी अलॉटमेंट मनी पे करनी सी ते वो जिहड़ी अमाउंट वो पे नहीं कर सकिया उसकी कैलकुलेशन करनी है। सो देखो सब तो पहला आप वर्किंग नोट ते जाने आप वर्किंग नोट इत्थे बनावांगे कि 600 शेयर ते एप्लीकेशन पहला उन्हें 1000 शेयर लिए अप्लाई किया 1000 शेयर ते एप्लीकेशन मनी कितनी आई सी 1000 शेयर ते एप्लीकेशन मनी आई 25 रुपीज़। सो 25,000 तो आप रिसीव कर लिया, उन्होंने आप सिर्फ 600 लाइक अलॉट किए 600 शेयर्स मीनस कि लाइक अगर आप 600 टू 25 ने मल्टीप्लाई करिए सो 15,000 एडजस्ट हो गया ठीक है। सो बाकी आप किन्ने पैसे वापस करने से 10,000 क्योंकि 400 शेयर्स उन्होंने नहीं अलॉट हुए, सो 400 शेयर्स से चाहे तो इदा कर लो 400 शेयर मल्टीप्लाई बाय 25 तभी 10,000 आऊगा, चाहे 25,000 रिसीव किया 15,000 का अलॉट करता 10,000 फिर बच के ये आप वापस करना से ਹੁਣ ਆਪਾਂ ਇਹਨੂੰ ਵਾਪਸ ਨਹੀਂ ਕੀਤਾ, ਆਪਾਂ ਇਹਨੂੰ ਕਿਹ 'ਚ ਐਡਜਸਟ ਕੀਤਾ ਅਲਾਟਮੈਂਟ ਮਨੀ ਦੇ ਕੇਸ ਵਿੱਚ। ਠੀਕ ਹੈ। ਸੋ 10,000 ਉਹ ਤੋਂ ਐਕਸੈਸ 'ਚ ਆਇਆ ਹੋਇਆ ਸੀਗਾ ਜਿਹੜਾ ਆਪਾਂ ਐਡਜਸਟ ਕਰਨਾ ਉਹਦੇ ਅਲਾਟਮੈਂਟ ਜਦੋਂ ਆਪਾਂ ਉਹਦੀ ਅਲਾਟਮੈਂਟ ਕਰਨੀ ਸੀ ਉਹਨਾਂ ਸ਼ੇਅਰਸ ਦੇ ਉੱਤੇ 600 ਸ਼ੇਅਰਸ ਦੇ ਉੱਤੇ ਉਦੋਂ ਆਪਾਂ ਨੂੰ ਐਡਜਸਟ ਕਰਨਾ ਸੀ। ਗॉट ਇਟ, ਆਈ ਹੋਪ ਕਿ ਸਮਝ ਆ ਗਿਆ ਤੁਹਾਨੂੰ ਕਿ ਐਪਲੀਕੇਸ਼ਨ ਮਨੀ ਆਪਾਂ ਰਿਸੀਵ ਕੀਤੀ ਆ 1000 ਸ਼ੇਅਰਸ ਤੇ ਮਲਟੀਪਲਾਈ ਬਾਈ 25,000 ਹੋ ਗਿਆ। ਦੈਨ ਆਪਾਂ ਉਹਨੂੰ ਕਿੰਨੇ ਸ਼ੇਅਰ ਅਲਾਟ ਕੀਤੇ 600, इट मीनस ਉਹਦੀ एप्लीकेशन मनी कितनी बननी सी 15,000, बाकी कितने पैसे बच के 10,000 ਜਿਹੜਾ ਆਪਾਂ ਨੂੰ ਵਾਪਸ ਕਰਨਾ ਸੀ ਬਟ ਹੁਣ ਆਪਾਂ ਇੱਥੇ ਉਹਨੂੰ ਰਿਟਰਨ ਨਹੀਂ ਕੀਤਾ, ਆਪਾਂ ਉਹੀ 10,000 ਅਲਾਟਮੈਂਟ ਦੇ ਟਾਈਮ ਐਡਜਸਟ ਕਰਨਾ ਸੀ, ਮੀਨਸ ਕਿ 10,000 ਅਲਾਟਮੈਂਟ ਦਾ ਘੱਟ ਕਾਲ ਕਰਨਾ ਸੀ। ਠੀਕ ਆ। ਤਾਂ 10,000 ਯਾਦ ਰੱਖੋ ਕਿ 10,000 ਐਕਸੈਸ ਅਮਾਊਂਟ ਆਪਾਂ ਅਲਾਟਮੈਂਟ ਦੇ ਟਾਈਮ ਐਡਜਸਟ ਕਰਨੀ ਹੈ। ਹੁਣ ਦੇਖੋ ਹੁਣ ਐਕਚੁਅਲ ਦੇ ਵਿੱਚ ਦੇਖੋ ਅਲਾਟਮੈਂਟ ਮਨੀ ਆਪਾਂ ਕੀ ਅਸਿਊਮ ਕੀਤਾ ਕਿ ਅਲਾਟਮੈਂਟ ਮਨੀ ਵੀ ਉਹਨੇ ਪੇ ਨਹੀਂ ਕੀਤੀ। 600 ਤੇ ਅਲਾਟਮੈਂਟ ਮਨੀ ਕਿੰਨੀ ਬਣਦੀ ਹੈ ਪਹਿਲਾਂ ਦੇਖੋ 600 ਤੇ ਅਲਾਟਮੈਂਟ ਮਨੀ ਬਣਦੀ ਹੈ 15,000। ਠੀਕ ਆ, ਕਿਉਂਕਿ 25 ਮਲਟੀਪਲਾਈ ਬਾਈ 600 ਇਜ਼ ਇਕੁਅਲ ਟੂ 15,000। ਹੁਣ 10,000 ਰੁਪਇਆ ਆਲਰੇਡੀ ਆਇਆ ਹੋਇਆ, ਇਟ ਮੀਨਸ ਉਹਦੇ ਕਿੰਨੇ ਪੈਸੇ ਨਹੀਂ ਦਿੱਤੇ ਉਹਨੇ, ਸਿਰਫ 5,000 ਰੁਪਏ ਨਹੀਂ ਕੀਤਾ। ਸੋ ਇੱਥੇ ਆਪਾਂ 2 ਸ਼ੇਅਰ ਅਲਾਟਮੈਂਟ ਅਕਾਊਂਟ 5,000 ਨਾਲ ਐਂਟਰੀ ਪਾਈ ਹੈ। ਠੀਕ ਆ। ਓਕੇ ਚਲੋ ਆਪਾਂ ਸ਼ੁਰੂ ਤੋਂ ਕਰ ਲੈਂਦੇ ਹਾਂ। ਫਸਟ ਐਂਟਰੀ ਕੀ ਪੈਂਦੀ ਹੁੰਦੀ ਹੈ 2 ਸ਼ੇਅਰ ਕੈਪੀਟਲ ਅਕਾਊਂਟ ਡੈਬਿਟ 2 ਸ਼ੇਅਰ
टू डिस्काउंट ऑन इशू ऑफ शेयर्स, टू शेयर अलॉटमेंट अगर अलॉटमेंट भी नहीं की, टू शेयर फर्स्ट कॉल एंड टू शेयर फोर फीचर अकाउंट ਜਿਹੜੇ पैसे ऑलरेडी उन्हें पे कर चुका वा। ठीक है, तो सब तो पहला आप टू शेयर कैपिटल अकाउंट ਨੂੰ ਡੈਬਿਟ ਕਰਾਂਗੇ ਜਿੰਨੇ ਪੈਸੇ ਆਪਾਂ ਕਾਲ ਕੀਤੇ ਆ। ਹੁਣ ਆਪਾਂ ਕਿੰਨੇ ਪੈਸੇ ਕਾਲ ਕੀਤੇ ਆ, ਧਿਆਨ ਦੇਖੋ ਕਿੰਨੇ ਪੈਸੇ ਕਾਲ ਕੀਤੇ ਸੀ ਆਪਾਂ ਕਾਲ ਕੀਤੇ ਆ ਉਹ ਤੋਂ 90 ਰੁਪੀਸ ਹੋ ਗਏ, 10 ਰੁਪੀਸ ਦਾ ਆਪਾਂ ਡਿਸਕਾਊਂਟ ਦੇਤਾ। 25 25 50 प्लस 25 75 प्लस 15 ये कितने पैसे हो गए 90 रुपीस ਆਪਾਂ ਕਾਲ ਕੀਤੇ ਸੀ। ਠੀਕ ਆ, सो 90 रुपीस ਆਪਾਂ 90 रुपीस ਕਾਲ ਕਰਨੇ ਸੀ, 10 ਰੁਪਏ ਉੱਤੇ ਆਪਾਂ ਡਿਸਕਾਊਂਟ ਦੇਣਾ ਸੀ, ਮਤਲਬ 100 रुपीस ਹੋ ਜਾਣੇ ਸੀ। ਬਟ ਹੁਣ ਆਪਾਂ ਐਕਚੁਅਲ ਦੇ ਵਿੱਚ ਸੈਕੰਡ ਕਾਲ ਤਾਂ ਆਪਾਂ ਕੀਤੀ ਹੋਈ ਨਹੀਂ, ਕਿਉਂਕਿ ਫਰਸਟ ਕਾਲ ਤੋਂ ਬਾਅਦ ਉਹਦੇ ਸ਼ੇਅਰਸ ਨੂੰ ਆਪਾਂ ਫੋਰਫੀਟ ਕਰ ਲਿਆ। ਫਰਸਟ ਕਾਲ ਤੋਂ ਬਾਅਦ ਉਹਦੇ ਸ਼ੇਅਰਸ ਨੂੰ ਫੋਰਫੀਟ ਕਰ ਲਿਆ। ਸੋ ਆਪਾਂ ਜਿਹੜਾ ਆਪਾਂ ਸ਼ੇਅਰ ਕੈਪੀਟਲ ਅਕਾਊਂਟ ਨੂੰ ਡੈਬਿਟ ਕਰਾਂਗੇ ਇੱਥੇ ਸਿਰਫ ਫਰਸਟ ਕਾਲ ਤੱਕ ਡੈਬਿਟ ਕਰਾਂਗੇ। ਠੀਕ ਆ, ਸੋ 25 प्लस 25 50 प्लस 25 75 ठीक ਆ, 75 ਇਹ ਹੋ ਗਿਆ ਤੇ 10 ਰੁਪਏ ਦਾ ਹੁਣ ਡਿਸਕਾਊਂਟ ਆਪਾਂ ਪਹਿਲਾਂ ਐਡ ਕਰਾਂਗੇ ਕਿਉਂਕਿ ਉਹਨੂੰ ਆਪਾਂ ਬਾਅਦ ਚ ਕ੍ਰੈਡਿਟ ਕਰਨਾ। 75 प्लस 10 ਕਿੰਨਾ ਹੋ ਗਿਆ 85 ਮੀਨਸ 85 ਰੁਪੀਸ ਦੀ ਕਾਲ ਹੋਣੀ ਸੀ ਉੱਤੇ। ਸੋ ਸ਼ੇਅਰ ਕੈਪੀਟਲ ਅਕਾਊਂਟ ਡੈਬਿਟ ਹੋਊਗਾ 85 ਮਲਟੀਪਲਾਈ ਬਾय 600। ठीक है, कैलकुलेट करके देख लो, मैं भी कैलकुलेटर से कैलकुलेट करदा। तो 85 मल्टीप्लाई बाय 600 ये थोड़ा बनता 52,000। ठीक है, 85 पता किमें आया, क्योंकि 15 रुपये आप नहीं करांगे कॉल, क्योंकि 15 रुपये सैकेंड कॉल आ, सैकेंड एंड फाइनल कॉल तो आप कॉल ही नहीं की। सो 15 रुपीज़ में छड़ के 85 रुपीज़ जो बच के 85 टोटल आप तो पैसे मंगवाने से। ठीक है, सो टोटल पैसे कितने मंगवाने से 51,600 मल्टीप्लाई बाय 85 इज इक्वल टू 51,000। देन टू डिस्काउंट ऑन इशू ऑफ शेयर 10 रुपये डिस्काउंट था, 600 मल्टीप्लाई बाय 10 इज इक्वल टू 6,000। टू शेयर अलॉटमेंट कितनी करनी सी 600 मल्टीप्लाई बाय 25 इज इक्वल टू 15,000। ऑलरेडी 10,000 रुपया आया हुआ सी, कितनी अलॉटमेंट रहेगी सिर्फ 5,000। टू शेयर फर्स्ट कॉल 600 मल्टीप्लाई बाय 25 अगेन 15,000 ये आप फर्स्ट कॉल आप जी उन्हें पे नहीं की। दैन टू शेयर फोर फीचर जो बाकी पैसे बच गए वो ऑलरेडी उन्हें पे किए हुए सी, डैट मीनस 25,000 उन्हें ऑलरेडी पे कर लिया सी। चाहे तुम इदा भी कर लो 25,000 किमें आया, 600 के कितने पैसे पे किए उन्हें 25 रुपये आ पे कर चुका, 600 के रुपये लाइक पे आ कर चुका। ठीक है, एंड नहीं इदा ये बैलेंस निकलूगा क्योंकि बैलेंस ही अपना जो बैलेंस होगा वो शेयर फोर फीचर अकाउंट का होगा। टू शेयर कैपिटल अकाउंट 51,000, डिस्काउंट ऑन इशू ऑफ शेयर 6,000, टू शेयर अलॉटमेंट अकाउंट 5,000, टू शेयर फर्स्ट कॉल 15,000। ठीक है, 5,000 क्यों आया, क्योंकि अलॉटमेंट से 15,000 करने से 10,000 रुपये एक्सेस आ गया, सो 5,000 रुपया रह गया। टू शेयर फर्स्ट कॉल 600 शेयर मल्टीप्लाई बाय 25 इज इक्वल टू 15,000। टू शेयर फोर फीचर जो बैलेंस बच गया डेज इज इक्वल टू फोर फीचर, वो सारा शेयर आप फोर फीच कर। ठीक है, ये फर्स्ट पॉइंट सीगा। सैकेंड पॉइंट आप अज्यूम करते हैं ओनली द फर्स्ट कॉल इज नॉट पेड। हम फर्स्ट कॉल नहीं पे की थी इन केस ਇਹਦਾ मतलब शेयर कैपिटल अकाउंट 51,000 नहीं होगा क्योंकि सैकेंड कॉल तक आप पे नहीं की। डिस्काउंट ऑन शेयर 6,000 नहीं होगा, फर्स्ट कॉल हम 15,000 नहीं होगी एंड बैलेंस कितना बचेगा 30,000 जो आप ऑलरेडी रिसीव कर चुके हैं। ठीक है, तो इस केस ਦੇ अलॉटमेंट मनी को क्रेडिट नहीं करना क्योंकि अलॉटमेंट मनी ऑलरेडी पे हो चुकी है। सो आई होप कि थोड़ा ये क्वेश्चन समझ आ गया। अगर कोई भी थोड़ा डाउट है दैन यू कैन आस्क एनी टाइम ऑन माई व्हाट्सएप नंबर, यू कैन मेल मी, यू कैन पुट योर मैसेज इन योर व्हाट्सएप ग्रुप। ठीक है, बट थोड़ा प्रॉपरली अंडरस्टैंड होना चाहिए। इस वीडियो में बार बार देखो, अगर नहीं समझ आया, अगर फिर भी समझ नहीं आता दैन मैंने कॉल करके कोई भी तुम अपना डाउट क्लियर कर सकते। थैंक यू वेरी मच।